ਹਮੇਸ਼ਾ ਨਹੀਂ ਸਵਾਗਤ ਕਰਦਾ। ਦਿਲੋਂ ਤੁਹਾਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਾਂ ਦੇਣਾ। ਉਮੀਦ ਕਰਦੇ ਹਾਂ ਕਿ ਦੀਵਾਲੀ ਤੁਸੀਂ ਪਟਾਕਿਆਂ ਤੋਂ ਦੂਰ ਰਹਿ ਕੇ ਮਨਾਓਗੇ ਤੇ ਦਿੱਲੀ ਮੋਰਚਾ ਜਿਹੜਾ ਲੱਗਿਆ ਹੈ ਕੋਸ਼ਿਸ਼ ਕਰੋਗੇ ਉੱਥੇ ਪਹੁੰਚੋ ਤੇ ਉੱਥੇ ਪਹੁੰਚ ਕੇ ਦੀਵਾਲੀ ਮਨਾਓ। ਸਾਡੀ ਟੀਮ ਆਲਰੇਡੀ ਉੱਥੇ ਪਹੁੰਚ ਚੁੱਕੀ ਹੈ। ਪਰ ਦੀਵਾਲੀ ਦੇ ਨਾਲ ਇੱਕ ਹੋਰ ਸੁਨੇਹਾ ਬਹੁਤ ਜ਼ਰੂਰੀ ਹੈ ਦੇਣਾ ਕਿ ਅੱਜ ਅਸੀਂ ਬਹੁਤ ਸਾਰਾ ਪੈਸਾ ਬਰਬਾਦ ਕਰ ਦਿੰਦੇ ਹਾਂ ਪਟਾਕਿਆਂ ਦੇ ਉੱਤੇ, ਲੜੀਆਂ ਰੋਸ਼ਨੀਆਂ ਕਰਨ ਦੇ ਵਿੱਚ, ਪਰ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਹਨਾਂ ਦੇ ਘਰ 'ਚ ਦੀਵਾ ਤੱਕ ਨਹੀਂ ਬਲਦਾ। ਇੱਕ ਪਰਿਵਾਰ ਜਿਹਨਾਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਮਿਲਵਾਇਆ ਹੈ, ਅੱਜ ਫਿਰ ਤੋਂ ਉਹ ਪਰਿਵਾਰ ਘਰੇ ਪਹੁੰਚਿਆ ਸੀ ਤੇ ਉਹਨਾਂ ਨੂੰ ਦੀਵਾਲੀ ਦੇ ਕੁਝ ਟੌਫੀ ਵੀ ਦੇਣੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਦਿਖਾਉਂਦੇ ਹਾਂ ਤੁਹਾਨੂੰ ਵੀ ਅਸੀਂ ਪੰਜਾਬ ਦੇ ਵਿੱਚ ਅਗਰ ਰਹਿੰਦੇ ਹਾਂ ਤਾਂ ਪੰਜਾਬ ਦੇ ਵਿੱਚ ਰਹਿ ਕੇ ਵੀ ਅਸੀਂ ਕਿੰਨੇ ਕੀ ਰਿਸਪੌਂਸੀਬਲ ਹੈਗੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਪਹਿਲਾਂ ਤਾਂ ਮਾਤਾ ਦੀਵਾਲੀ ਲਓ ਜੀ ਤੁਸੀਂ, ਠੀਕ ਹੈ ਜੀ। ਤੇ ਐਕਚੁਅਲੀ ਇਹ ਉਹ ਪਰਿਵਾਰ ਆ ਜਿਹੜਾ ਕੁਝ ਮਹੀਨੇ ਪਹਿਲਾਂ ਤੁਸੀਂ ਦੇਖਿਆ ਹੋਇਆ ਕਿ ਇਸ ਸੜਕ ਦੇ ਵਿੱਚ ਮੈਂ ਜਾਂਦੇ ਹੋਏ ਇਹਨਾਂ ਨੂੰ ਦੇਖਿਆ ਰੇਹੜੀ ਉੱਤੇ। ਮਾਤਾ ਦੀ ਬਹੁਤ ਬੁਰੀ ਹਾਲਤ ਸੀ, ਇਹਨਾਂ ਦੇ ਲੱਤ ਦੇ ਸੱਟ ਲੱਗੀ ਹੋਈ ਹੈ ਤੇ ਆਈ ਥਿੰਕ ਚੂਲੇ ਦੇ ਵਿੱਚ ਵੀ ਪ੍ਰੋਬਲਮ ਹੈਗੀ ਹੈ। ਇਲਾਜ ਤੱਕ ਵਾਸਤੇ ਪੈਸੇ ਨਹੀਂ ਸੀ ਤੇ ਲੋਕਾਂ ਤੋਂ ਸੜਕਾਂ ਉੱਤੇ ਘੁੰਮਦੇ ਹੋਏ ਪੈਸੇ ਮੰਗਦੇ ਸੀ ਇਲਾਜ ਵਾਸਤੇ। ਤੇ ਬਾਪੂ ਦੇ ਸਿਰ ਤੇ ਦਸਤਾਰ ਸੱਜੀ ਹੋਈ ਸੀ ਤੇ ਮੈਂ ਗੱਡੀ ਰੋਕ ਕੇ ਬਾਪੂ ਨੂੰ ਪੁੱਛਿਆ ਤੇ ਬਾਪੂ ਨੇ ਸਾਰਾ ਕੁਝ ਦੱਸਿਆ ਬਿਰਤਾਂਤ ਮੈਨੂੰ ਕਿ ਦਵਾਈ ਲੈਣ ਜੋਗੇ ਵੀ ਪੈਸੇ ਨਹੀਂ ਹੈ। ਤੇ ਉਦੋਂ ਫਿਰ ਮੈਂ ਬਾਪੂ ਨੂੰ ਕਿਹਾ ਕਿ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਹੈ, ਵੀ ਤੁਸੀਂ ਮੇਰੇ ਨਾਲ ਘਰ ਚੱਲੋ। ਉਦੋਂ ਉਹਨਾਂ ਨੂੰ ਨਾਸ਼ਤਾ ਪਾਣੀ ਕਰਵਾ ਕੇ ਤੇ ਉਸ ਤੋਂ ਬਾਅਦ ਦਵਾਈ ਬੂਟੀ ਜੋਗੇ, ਰਾਸ਼ਨ ਜੋਗੇ ਪੈਸੇ ਦੇ ਕੇ ਅਸੀਂ ਭੇਜਿਆ ਸੀ। ਤੇ ਉਸ ਤੋਂ ਬਾਅਦ ਲਗਾਤਾਰ ਹੁਣ ਕਈ ਮਹੀਨੇ ਹੋ ਗਏ, ਜਦੋਂ ਵੀ ਇਸ ਪਰਿਵਾਰ ਨੂੰ ਲੋੜ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਇਹ ਸਿੱਧਾ ਘਰੇ ਪਹੁੰਚ ਜਾਂਦੇ ਨੇ, ਕੋਠੀ ਪਹੁੰਚ ਜਾਂਦੇ ਨੇ, ਸਾਡੇ ਆਪਣੇ ਪਰਿਵਾਰ ਵਾਂਗ। ਤੇ ਅਸੀਂ ਵੀ ਕਦੀ ਵਿਵਹਾਰ ਉੱਦਾਂ ਨਹੀਂ ਕੀਤਾ ਵੀ ਇਹ ਕੋਈ ਬਾਹਰ ਦੇ ਆ ਗਏ ਆ। ਤੇ ਸਾਡੇ ਕੋਲ ਅਗਰ ਪਹੁੰਚੇ ਤਾਂ ਇਹ ਸਾਡਾ ਪਰਿਵਾਰ ਹੀ ਨੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਜਿਹੇ ਲੋਕਾਂ ਨੂੰ ਅਸੀਂ ਛਾਤੀਆਂ ਲਾ ਕੇ ਰੱਖੀਏ। ਤੱਕ ਕਰਦੇ ਆ ਰਹੇ ਨੇ ਜੀ। ਤੇ ਮਾਤਾ ਜੀ ਦੇ ਹੁਣ ਮਾਤਾ ਦੇ ਪੈਰ ਕਿੱਦਾਂ ਠੀਕ ਹੈ? ਡਾਕਟਰ ਨੇ ਕੀ ਕਿਹਾ ਹੁਣ ਜੀ ਅੱਗੇ ਨਾਲੋਂ 6-7 ਆਪਰੇਸ਼ਨ ਹੋ ਚੁੱਕੇ ਸੀ ਜੀ, ਬਾਕੀ ਹੁਣ ਲੱਤ ਦਾ ਰਹਿ ਗਿਆ, ਬਾਕੀ ਬਹੁਤ ਠੀਕ ਨੇ ਜੀ। ਲੱਤ ਦਾ ਵੀ ਆਪਰੇਸ਼ਨ ਦੱਸਿਆ ਉਹਨਾਂ ਨੇ? ਨਹੀਂ ਕਰਤਾ ਸੀ ਜੀ, ਕਰਤਾ ਸੀ। ਹਾਂ। ਤੇ ਹੁਣ ਅੱਗੇ ਮਤਲਬ ਕਿੰਨਾ ਟਾਈਮ ਕਹਿੰਦੇ ਨੇ, ਕਿੰਨੇ ਕੁ ਟਾਈਮ 'ਚ ਪੈਰ ਠੀਕ ਹੋ ਜਾਣਾ ਬਿਲਕੁਲ ਤੁਰਨ ਫਿਰਨ ਜੋਗੀ? ਮਾਤਾ ਕਦੋਂ ਹੋ ਜੂ? ਅਜੇ ਟਾਈਮ ਲੱਗ ਹੀ ਜਾਏਗਾ, 3-4 ਮਹੀਨੇ। 3-4 ਮਹੀਨੇ ਕਹਿ ਰਹੇ ਨੇ ਡਾਕਟਰ, ਲੱਗੀ ਲੱਗਣਗੇ। ਹਾਂ। ਤੇ ਸੰਗਤ ਦੀ ਸਾਡੀ ਇਹੀ ਉਮੀਦ ਹੈ ਵੀ ਕਿਉਂਕਿ ਡਾਕਟਰਸ ਦੇ ਨਾਲ ਵੀ ਹੁਣ ਅਸੀਂ ਕੰਸਰਨ ਕਰ ਰਹੇ ਹਾਂ, ਉਹ ਭੀਖ ਨਹੀਂ ਮੰਗ ਰਹੇ ਘੱਟੋ ਘੱਟ ਕਿਸੇ ਤੋਂ, ਪਰ ਫਿਰ ਵੀ ਸਾਡਾ ਫਰਜ਼ ਬਣਦਾ ਹੈ ਕਿ ਇੱਕ ਵਾਰ ਰੁਕ ਕੇ ਅਸੀਂ ਉਹਨਾਂ ਬੱਚਿਆਂ ਤੋਂ ਪੁੱਛੀਏ ਕਿ ਆਖਿਰ ਇੰਨੀ ਛੋਟੀ ਉਮਰੇ ਸੜਕਾਂ ਉੱਤੇ ਨਿਕਲ ਕੇ ਚੀਜ਼ਾਂ ਵੇਚਣ ਦੀ ਵਜ੍ਹਾ ਕੀ ਹੈ। ਆਖਿਰ ਕਿਉਂ 70-80 ਸਾਲ ਦੀ ਉਮਰਾਂ ਦੇ ਵਿੱਚ ਬਜ਼ੁਰਗਾਂ ਨੂੰ ਸੜਕਾਂ ਉੱਤੇ ਨਿਕਲਣਾ ਪੈ ਰਿਹਾ ਹੈ, ਭੀਖ ਮੰਗਣੀ ਪੈ ਰਹੀ ਹੈ? ਕਿਉਂ ਕਿਸੇ ਬਿਰਧ ਨੂੰ ਆਪਣੀ ਘਰਵਾਲੀ ਨੂੰ ਬਿਠਾ ਕੇ ਰੇਹੜੀ ਦੇ ਵਿੱਚ ਗਲੀਆਂ ਦੇ ਵਿੱਚ ਧੱਕੇ ਖਾਣਾ ਪੈ ਰਿਹਾ ਹੈ? ਜੇ ਸਾਨੂੰ ਪਰਮਾਤਮਾ ਨੇ ਗੱਡੀਆਂ ਦਿੱਤੀਆਂ ਨੇ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਵਾਰ ਰੋਕ ਕੇ ਦੂਜੇ ਦਾ ਸਾਥ ਦੇਣ ਦੀ ਕੋਸ਼ਿਸ਼ ਕਰੀਏ, ਦੂਜੇ ਦਾ ਦੁੱਖ ਸਮਝਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਇੰਨੇ ਕੀ ਜ਼ਮੀਰ ਮਾਰ ਲਾਂਗੇ, ਇੰਨੇ ਕੀ ਮਤਲਬ ਹੀ ਹੋ ਜਾਏਗਾ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਬੜੇ ਖੁਸ਼ ਹਾਂ ਜੀ, ਬੜੇ ਸੁਖੀ ਹਾਂ ਜੀ, ਤੇ ਸਾਨੂੰ ਦੁਨੀਆ ਤੋਂ ਕੀ ਲੈਣਾ। ਤਾਂ ਇਹ ਜ਼ਰੂਰ ਦੇਖਣਾ ਵੀ ਦੇਣ ਵਾਲਾ ਵੀ ਉਹੀ ਹੈ ਤੇ ਲੈਣ ਵਾਲਾ ਵੀ ਉਹੀ ਹੈ। ਇਸੇ ਦੇ ਨਾਲ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ। ਕੁਝ ਦਿਨ ਪਹਿਲਾਂ ਭਾਈ ਪਰਮਜੀਤ ਜੀ ਨੇ ਦੁਖਨਵਾਰ ਗੁਰਦੁਆਰੇ ਦੇ ਕੋਲੋਂ ਇੱਕ ਬਾਪੂ ਦੀ ਵੀਡੀਓ ਵਾਇਰਲ ਕੀਤੀ ਸੀ ਤੇ ਉਹ ਬਜ਼ੁਰਗ ਵੀ ਇਕੱਲਾ ਹੀ ਸੜਕਾਂ ਉੱਤੇ ਘੁੰਮਦਾ ਹੈ ਤੇ ਉਸਨੇ ਕਿਹਾ ਸੀਗਾ ਕਿ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਕੰਮ ਕਰਨਾ ਚਾਹੁੰਦਾ ਹਾਂ। ਤੇ ਉਸ ਦੀ ਰੇਹੜੀ ਵਾਸਤੇ ਸੇਵਾ ਭੇਜੀ ਹੈ ਗੁਰਸ਼ਰਨ ਸਿੰਘ ਜੀ ਨਿਊਜ਼ੀਲੈਂਡ। ਇਹ ਇੱਕ ਐਕਚੁਅਲੀ ਫੇਸਬੁੱਕ ਪੇਜ ਜੋ ਚਲਾਉਂਦੇ ਨੇ, ਖਾਲਸਾ ਸੇਵਾ ਗਰੁੱਪ ਪੰਜਾਬ। ਤੇ ਗੁਰਪ੍ਰੀਤ ਸਿੰਘ ਤੇ ਅਮਨਦੀਪ ਸਿੰਘ USA ਤੋਂ ਨੇ, ਜਿਹਨਾਂ ਨੇ 21,000 ਦੀ ਸਾਨੂੰ ਸੇਵਾ ਭੇਜੀ ਹੈ। ਤੇ ਬਹੁਤ ਜਲਦੀ ਦੀਵਾਲੀ ਤੋਂ ਬਾਅਦ ਉਸ ਬਜ਼ੁਰਗ ਨੂੰ ਅਸੀਂ ਰੇਹੜੀ ਵੀ ਲੈ ਕੇ ਦੇਵਾਂਗੇ ਤੇ ਅਗਰ ਉਹ ਚਾਹੁੰਦਾ ਹੈ ਕਿ ਉਹਨਾਂ ਨੇ ਸਬਜ਼ੀ ਵੇਚਣੀ ਹੈ ਤਾਂ ਉਹਨਾਂ ਨੂੰ ਸਬਜ਼ੀ ਵੀ ਪਾ ਕੇ ਦੇਵਾਂਗੇ ਤਾਂ ਕਿ ਉਹ ਕਰ ਸਕਣ। ਤੇ ਬਾਪੂ ਤੁਸੀਂ ਮਾਤਾ ਨੂੰ ਘਰੇ ਛੱਡ ਕੇ ਤੁਸੀਂ ਵੀ ਸਬਜ਼ੀ ਵਗੈਰਾ ਦਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਦੱਸ ਸਕਦੇ ਹੋ। ਅਸੀਂ ਤੁਹਾਨੂੰ ਵੀ ਜ਼ਿੰਦਗੀ ਦੀ ਹੁੰਦੀ ਹੈ ਸਬਜ਼ੀ, ਅਗਰ ਮਨ ਹੈ ਵੇਚਣ ਦਾ। ਹਾਂਜੀ, ਕਿਉਂਕਿ ਮਿਹਨਤ ਤੁਸੀਂ ਕਰਨੀ ਹੈ ਦਿਹਾੜੀਆਂ ਕਰਨ ਦੀ ਥਾਂ ਦੇ ਉੱਤੇ। ਕਿਉਂਕਿ ਦੇਖੋ ਅਸੀਂ ਆਪਣੇ ਵੱਲੋਂ ਮਿਹਨਤ ਕਰ ਰਹੇ ਹਾਂ, ਤੁਹਾਨੂੰ ਹਰ ਚੀਜ਼ ਮੁਹੱਈਆ ਕਰਵਾ ਰਹੇ ਹਾਂ, ਪਰ ਤੁਸੀਂ ਰੇਹੜੀ ਲੈ ਕੇ ਨਿਕਲਦੇ ਹੋ, ਸਾਨੂੰ ਪਤਾ ਦਿਹਾੜੀ ਲਾਉਣ ਵਾਸਤੇ ਜਾਂਦੇ ਹੋ, ਪਹੁੰਚਦੇ ਹੋ ਕਿਸੇ ਨਾ ਕਿਸੇ ਕੋਲ। ਪਰ ਅਗਰ ਤੁਸੀਂ ਆਪਣਾ ਵੀ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਕਹਿ ਸਕਦੇ ਹੋ, ਠੀਕ ਹੈ। ਸਿੰਘਾਂ ਨੇ ਵੀ ਸੇਵਾ ਭੇਜੀ ਹੋਈ ਹੈ ਤੇ ਸੇਵਾ ਉਹ ਜ਼ਿਆਦਾ ਹੈ, ਜਿੰਨੇ ਦੀ ਰੇਹੜੀ ਆਣੀ ਹੈ ਉਸ ਤੋਂ ਜ਼ਿਆਦਾ ਹੈ ਸੇਵਾ ਥੋੜੀ ਜੀ ਸਾਡੇ ਕੋਲ, ਠੀਕ ਹੈ ਜੀ। 10,000 ਰੁਪਏ 8-10,000 ਰੁਪਏ ਐਕਸਟਰਾ ਹੈਗਾ ਆ ਸਾਡੇ ਕੋਲ। ਅਸੀਂ ਉਹਦੇ ਵਿੱਚੋਂ ਤੁਹਾਨੂੰ, ਅਗਰ ਤੁਹਾਡਾ ਮਨ ਮੰਨਦਾ ਹੈ, ਸੋਚ ਕੇ ਸਾਨੂੰ ਦੱਸ ਦਿਓ ਤੇ ਸੇਵਾ ਤੁਹਾਨੂੰ ਅਸੀਂ ਉਹ ਵੀ ਕਰਵਾ ਦਾਂਗੇ। ਤੇ ਇਹ ਨਾਮ ਲੈਣ ਦਾ ਮਕਸਦ ਸਾਡਾ ਸਿਰਫ ਇਹ ਸੀ ਕਿ ਵਿਦੇਸ਼ਾਂ ਵਿੱਚ ਜਿਹੜੇ NRI ਵੀਰ ਬੈਠੇ ਹੋਏ ਨੇ, ਬਹੁਤ ਵੱਡੀਆਂ ਸੰਸਥਾਵਾਂ ਨੇ ਤੇ ਬਹੁਤ ਘੱਟ ਸੰਸਥਾਵਾਂ ਉਹਨਾਂ ਵਿੱਚੋਂ ਇਹ ਨੇ ਜਿਹੜੀਆਂ ਵਾਕਈ ਹੀ ਜ਼ਮੀਨੀ ਪੱਧਰ ਦੇ ਉੱਤੇ ਗਰੀਬ ਗੁਰਬੇ ਦੀ ਸੇਵਾ ਕਰਦੀਆਂ ਨੇ। ਬਹੁਤਾਤ ਸੰਸਥਾਵਾਂ ਅਜਿਹੀਆਂ ਨੇ ਜਿਹੜੀਆਂ ਪੈਸਾ ਬਹੁਤ ਜ਼ਿਆਦਾ ਇਕੱਠਾ ਕਰਦੀਆਂ ਨੇ
ਲਾਂਦੀਆਂ ਬਹੁਤ ਘੱਟ ਨੇ ਤੇ ਆਪਣੀਆਂ ਜੇਬਾਂ ਭਰਦੀਆਂ ਨੇ। ਮੇਰੇ ਕੋਲ ਪੁਖਤਾ ਸਬੂਤ ਹੈ ਨੇ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਦੇ, ਪਰ ਅਸੀਂ ਉਹ ਨਸ਼ਰ ਨਹੀਂ ਕਰਦੇ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਕਿ ਸ਼ਹੀਦ ਪਰਿਵਾਰਾਂ ਦੀ ਲੜੀ ਅਸੀਂ ਸ਼ੁਰੂ ਕੀਤੀ ਹੋਈ ਹੈ। ਸ਼ਹੀਦ ਪਰਿਵਾਰਾਂ ਦੇ ਘਰੇ ਜਾ ਕੇ ਉਹਨਾਂ ਦਾ ਦੁੱਖ ਸੁੱਖ ਪੁੱਛਦੇ ਹਾਂ ਤੇ ਪੁੱਛਦੇ ਹਾਂ ਕਿ ਕਿਹਨਾਂ ਨੇ ਕੀ ਸੇਵਾ ਤੁਹਾਨੂੰ ਪਹੁੰਚਾਈ ਤੇ ਕੀ ਨਹੀਂ ਪਹੁੰਚਾਇਆ। ਤੇ ਹੁਣ ਇੱਕ ਇੱਕ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਕਿਹੜੀਆਂ ਸੰਸਥਾਵਾਂ ਨੇ ਕਿੰਨੀ ਦੇਰ ਤੱਕ ਸੇਵਾ ਪਹੁੰਚਾਈ, ਪਰ ਕਾਗਜ਼ਾਂ ਦੇ ਵਿੱਚ ਅੱਜ ਵੀ ਸੇਵਾ ਜਾਰੀ ਹੈ ਪਰ ਉਹਨਾਂ ਤੱਕ ਪਹੁੰਚਦੀ ਨਹੀਂ ਹੋ ਰਹੀ। ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਅਜਿਹਾ ਕੰਮ ਕਰਦੇ ਨੇ ਉਹਨਾਂ ਤੋਂ ਅਸੀਂ ਵੀ ਸੁਚੇਤ ਹੋਈਏ ਤੇ ਅਸੀਂ ਜਿਸ ਵੀ ਸੰਸਥਾ ਨੂੰ ਸੇਵਾ ਦਿੰਦੇ ਹਾਂ ਉਹਨਾਂ ਤੋਂ ਇੱਕ ਵਾਰ ਪੁੱਛੀਏ ਜ਼ਰੂਰ ਕਿ ਇਹ ਸੇਵਾ ਕਿੱਥੇ ਕਿੱਥੇ ਭੁਗਤਾਨ ਕੀਤਾ ਗਿਆ ਤੇ ਕਿੱਥੇ ਕਿੱਥੇ ਲਾਈ। ਤੇ ਜਿੰਨੀਆਂ ਵੱਡੀਆਂ ਸੰਸਥਾਵਾਂ ਹੈ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ, ਬਿਹਾਰ, ਗੁਜਰਾਤ, ਹੋਰ ਮੁਲਕਾਂ ਦੇ ਵਿੱਚ ਅਸੀਂ ਬੜੀਆਂ ਸੇਵਾਵਾਂ ਕਰ ਲਈਆਂ, ਬਥੇਰੇ ਲੰਗਰ ਅਸੀਂ ਛਕਾਤੇ, ਪਰ ਸਿੱਖ ਕਮਿਊਨਿਟੀ ਦੇ ਨਾਲ, ਸਿੱਖ ਕੌਮ ਦੇ ਨਾਲ ਜੋ ਕੁਝ ਹੋ ਰਿਹਾ ਹੈ ਉਹ ਤੁਸੀਂ ਅੱਖਾਂ ਮੀਚੇ ਕਿੱਦਾਂ ਦੇਖ ਸਕਦੇ ਹੋ। ਬੇਅਦਬੀਆਂ ਤੋਂ ਲੈ ਕੇ ਨਿਹੰਗ ਸਿੰਘਾਂ ਦੀ ਕੁੱਟਮਾਰ ਤੋਂ ਲੈ ਕੇ ਉਸ ਤੋਂ ਬਾਅਦ ਆ ਹੁਣ ਦਿੱਲੀ ਦੇ ਵਿੱਚ ਜੋ ਗੁਰੂ ਘਰ ਦੇ ਗ੍ਰੰਥੀ ਦੇ ਮੁੰਡੇ ਦੇ ਨਾਲ ਹੋਇਆ ਆ, ਪੂਰਾ ਦਾ ਪੂਰਾ ਉਸ ਨੂੰ ਨਿਰਵਸਤਰ ਕਰਕੇ ਸੜਕ ਦੇ ਉੱਤੇ ਕੁੱਟਿਆ ਗਿਆ, ਜਾਨੋਂ ਮਾਰ ਦਿੱਤਾ ਗਿਆ। ਤੇ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਆਵਾਜ਼ ਬੁਲੰਦ ਕਰੀਏ, ਪਰ ਸਾਡੇ ਮੂੰਹ 'ਚ ਘੁੰਗਣੀਆਂ ਪੈ ਗਈਆਂ, ਅਸੀਂ ਆਵਾਜ਼ ਬੁਲੰਦ ਨਹੀਂ ਕਰ ਸਕਦੇ, ਅਸੀਂ ਕਿਸੇ ਦੇ ਸਾਹਮਣੇ ਨਹੀਂ ਬੋਲ ਸਕਦੇ, ਅਸੀਂ ਆਪਣੀ ਜ਼ਮੀਰ ਮਾਰੀ ਬੈਠੇ ਹਾਂ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪਹਿਲਾਂ ਸ਼ੁਰੂਆਤ ਆਪਣੇ ਪੰਜਾਬ ਤੋਂ ਕਰੀਏ। ਕਿਉਂ ਸਾਡੇ ਬਜ਼ੁਰਗ ਸੜਕਾਂ ਉੱਤੇ ਨਿਕਲਣ? ਅਸੀਂ ਜਿਹੜੀਆਂ ਸੰਸਥਾਵਾਂ ਖੋਲ ਕੇ ਪੂਰੇ ਇੰਡੀਆ ਦੇ ਵਿੱਚ ਅਸੀਂ ਕਹਿੰਦੇ ਹਾਂ ਥਾਂ ਥਾਂ ਤੇ ਪਹਾੜਾਂ ਤੋਂ ਲੈ ਕੇ ਸਮੁੰਦਰ ਤੱਕ ਦੇ ਵਿੱਚ ਰਾਸ਼ਨ ਪਹੁੰਚਾਉਂਦੇ ਨੇ ਜਿੱਥੇ ਵੀ ਤਰਾਸਦੀ ਆਉਂਦੀ ਹੈ। ਕਿਉਂ ਅਸੀਂ ਆਪਣੇ ਪੰਜਾਬ ਦੇ ਸਿੱਖਾਂ ਨੂੰ ਇਸ ਲਾਇਕ ਇੰਨੇ ਉੱਚੇ ਪੱਧਰ ਦੇ ਉੱਤੇ ਨਹੀਂ ਲਿਆ ਸਕੀ ਕਿ ਉਹਨਾਂ ਨੂੰ ਸੜਕਾਂ ਉੱਤੇ ਨਿਕਲਣਾ ਨਾ ਪਵੇ, ਮੰਗਣਾ ਨਾ ਪਵੇ? ਕਿਉਂ ਬਜ਼ੁਰਗਾਂ ਨੂੰ ਅਸੀਂ ਪੈਨਸ਼ਨ ਪਰਮਾਨੈਂਟ ਨਹੀਂ ਲੱਗਦੇ ਸਕੇ? ਸਰਕਾਰਾਂ ਨੂੰ ਜੇ ਮੌਤ ਪੈਂਦੀ ਹੈ, ਸਰਕਾਰਾਂ ਜੇ ਕੁਝ ਨਹੀਂ ਕਰ ਸਕਦੀਆਂ, ਜੇ ਸਰਕਾਰਾਂ ਤੁਹਾਡਾ ਖੂਨ ਚੂਸ ਰਹੀਆਂ ਨੇ, ਤੁਸੀਂ ਸੇਵਾ ਸੰਸਥਾਵਾਂ ਖੋਲ੍ਹੀਆਂ ਹੋਈਆਂ ਨੇ, ਤਾਂ ਘੱਟੋ ਘੱਟ ਪਹਿਲਾਂ ਪੰਜਾਬ ਤਾਂ ਰਜਾ ਦਿਓ, ਸਿਰਫ ਆਪਣੀ ਕੌਮ ਦਾ ਤਾਂ ਤੁਸੀਂ ਢਿੱਡ ਭਰ ਲਓ, ਉਸ ਤੋਂ ਬਾਅਦ ਦੂਜਿਆਂ ਦੀ ਸੇਵਾ ਕਰੋ। ਅਸੀਂ ਮਨਾ ਨਹੀਂ ਕਰਦੇ, ਸਰਬੱਤ ਦੇ ਭਲੇ ਦਾ ਅਸੀਂ ਅਗਰ ਬੀੜਾ ਚੱਕਿਆ ਤਾਂ ਕਰਾਂਗੇ, ਸਰਬੱਤ ਦਾ ਭਲਾ ਕਰ ਰਹੇ ਹਾਂ। ਪਰ ਦੁੱਖ ਲੱਗਦਾ ਹੈ ਜਦੋਂ ਸਾਡੇ ਆਪਣੇ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖ ਸੜਕਾਂ ਉੱਤੇ ਭੀਖ ਮੰਗ ਰਹੇ ਹੋਣ ਤੇ ਤੁਸੀਂ ਛਾਤੀ ਠੋਕ ਕੇ ਕਹੋ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਹਾਂ। ਮਾਫ ਕਰਨਾ, ਨਾਲੇ ਇੱਕ ਹੋਰ ਚੀਜ਼ ਕਹਿਣੀ ਹੈ, ਬਹੁਤ ਸਾਰੇ ਸ਼ਹੀਦ ਪਰਿਵਾਰ ਅਜਿਹੇ ਨੇ ਜਿਹੜੇ ਬੜੀ ਵਾਰ NRI ਵੀਰਾਂ ਤੋਂ ਸੇਵਾ ਲੈ ਚੁੱਕੇ ਨੇ। ਮੈਂ ਇਸ ਲਾਈਵ ਦੇ ਵਿੱਚ ਉਹਨਾਂ ਨੂੰ ਇੱਕ ਵਾਰਨਿੰਗ ਦੇਣਾ ਚਾਹੁੰਦਾ ਵੀ ਮੇਰੇ ਬਹੁਤ ਸਾਰੇ ਸ਼ੋਜ਼ ਮੇਰੇ ਕੋਲ ਪਏ ਨੇ ਜਿਹੜੇ ਮੈਂ ਰਿਲੀਜ਼ ਨਹੀਂ ਕੀਤੇ ਹਲੇ ਤੱਕ, ਤੇ ਸਾਨੂੰ ਕਨਫਰਮੇਸ਼ਨ ਬਾਹਰੋਂ ਆ ਚੁੱਕੀ ਹੈ ਕੇਸ ਮੁਲਕ ਦੇ ਵਿੱਚੋਂ ਕੇਸ ਵੀਰ ਨੇ ਕਿੰਨੇ ਲੱਖ ਦੀ ਸੇਵਾ ਉਸ ਪਰਿਵਾਰ ਨੂੰ ਦਿੱਤੀ ਹੈ ਤੇ ਕਿੰਨੇ ਲੋਕਾਂ ਨੇ ਘਰ ਬਣਾ ਕੇ ਦਿੱਤੇ ਨੇ। ਤੇ ਉਹਨਾਂ ਨੇ ਔਨ ਸਕਰੀਨ ਬੈਠ ਕੇ ਸਿੱਧਾ ਸਫੇਦ ਝੂਠ ਆ ਕੇ ਜਾਂ ਆਪਣੇ ਕਿਸੇ ਵੀ ਨੇੜੇ ਦਾ ਬੰਦਾ ਜਿਹੜਾ ਹੈਗਾ ਉਹਨੂੰ ਕਹਿ ਕੇ ਸੱਚ ਨਾ ਦੱਸਿਆ ਵੀ ਤੁਹਾਨੂੰ ਕਿੱਥੋਂ ਕਿੰਨੀ ਸੇਵਾ ਆਈ ਹੈ ਤੇ ਤੁਹਾਨੂੰ ਸੰਗਤ ਨੇ ਤੁਹਾਡਾ ਕਿੰਨਾ ਸਾਥ ਦਿੱਤਾ ਹੈ। ਠੀਕ ਹੈ, ਫਿਰ ਤਾਂ ਠੀਕ ਹੈ ਜੇ ਤੁਸੀਂ ਸੱਚ ਦੱਸ ਦਿੰਦੇ ਹੋ, ਜੇ ਨਹੀਂ ਦੱਸਦੇ ਤਾਂ ਬਹੁਤ ਜਲਦੀ ਬਾਏ ਨੇਮ ਉਹਨਾਂ ਸ਼ਹੀਦ ਪਰਿਵਾਰਾਂ ਦੇ, ਉਹਨਾਂ ਲੋਕਾਂ ਦੇ ਨਾਮ ਵੀ ਮੈਂ ਲੋਕ ਤਾਂ ਕਹਾਂਗਾ ਕਿਉਂਕਿ ਤੁਸੀਂ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੋਂ ਪੈਸਾ ਕਮਾਉਣ ਦਾ ਇੱਕ ਧੰਦਾ ਬਣਾ ਲਿਆ ਹੈ। ਉਹਨਾਂ ਦੇ ਨਾਮ ਨਸ਼ਰ ਕਰਾਂ ਕਿਹੜੇ ਉਹ ਪਰਿਵਾਰ ਨੇ ਜਿਹੜੇ ਪੈਸਾ ਖਾ ਰਹੇ ਨੇ, ਮਤਲਬ ਲੋੜ ਨਹੀਂ ਹੈ ਉਹਨਾਂ ਨੂੰ, ਪਰ ਫਿਰ ਵੀ ਆਪਣੇ ਆਪ ਨੂੰ ਗਰੀਬ ਦਿਖਾ ਕੇ, ਪੁਰਾਣੇ ਟੁੱਟੇ ਹੋਏ ਘਰ ਦਿਖਾ ਕੇ ਬਾਹਰ ਬੈਠੇ NRIਆਂ ਨੂੰ ਮਤਲਬ ਬੁੱਧੂ ਬਣਾ ਕੇ ਉਹਨਾਂ ਦੀਆਂ ਸ਼ਰਾਫਤ ਦਾ, ਉਹਨਾਂ ਦੇ ਭੋਲੇਪਨ ਦਾ ਤੁਸੀਂ ਨਜਾਇਜ਼ ਫਾਇਦਾ ਚੱਕ ਰਹੇ, ਕਿਉਂਕਿ ਉਹਨਾਂ ਨੂੰ ਤਾਂ ਇਹੀ ਲੱਗਦਾ ਕਿ ਹਾਏ ਬਹੁਤ ਦੁੱਖ ਦੇ ਵਿੱਚ ਹੈ ਇਹ ਪਰਿਵਾਰ, ਸ਼ਹੀਦ ਪਰਿਵਾਰ, ਅਸੀਂ ਸੇਵਾ ਕਰੀਏ, ਅਸੀਂ ਮਦਦ ਪਹੁੰਚਾਈਏ। ਪਰ ਅਜਿਹੇ ਵੀ ਪਰਿਵਾਰ ਹੈ ਨੇ ਜਿਨ੍ਹਾਂ ਨੇ 4 ਮਕਾਨ ਲੈ ਲਏ ਆ ਸੇਵਾ ਤੋਂ, ਪਰ ਅੱਜ ਵੀ ਕਹਿੰਦੇ ਨੇ ਸਾਡੇ ਕੋਲ ਕੁਝ ਨਹੀਂ ਹੈ। ਤੇ ਮੈਂ ਬੇਨਤੀ ਕਰਦਾ ਹਾਂ, ਮੈਨੂੰ ਇੰਨਾ ਮਜਬੂਰ ਨਾ ਕਰਿਓ ਕਿ ਮੈਂ ਜ਼ੁਬਾਨ ਖੋਲ ਕੇ ਸੰਗਤ ਦੇ ਸਾਹਮਣੇ ਤੁਹਾਡੀ ਅਸਲੀਅਤ ਨਸ਼ਰ ਕਰਾਂ। ਉਹੀ ਵਾਰਨਿੰਗ ਮੈਂ ਵੱਡੀਆਂ ਸੰਸਥਾਵਾਂ ਨੂੰ ਦੇਣਾ ਆ ਵੀ ਤੁਸੀਂ ਅਗਰ ਸਮਾਜ ਸੇਵਾ ਕਰਦੇ ਹੋ ਰੱਜ ਕੇ ਕਰੋ, ਸਰਬੱਤ ਦੇ ਭਲੇ ਦਾ ਪਰ ਫਲਸਫਾ ਨਾ ਭੁੱਲੋ। ਪਤਾ ਹੈ ਸੰਸਥਾਵਾਂ ਚਲਾਉਣ ਵਾਸਤੇ ਬਹੁਤ ਖਰਚੇ ਹੁੰਦੇ ਨੇ, ਇੰਪਲੋਈਜ਼ ਰੱਖੇ ਹੁੰਦੇ ਨੇ, ਖਰਚੇ ਕਰੋ, ਰੱਜ ਕੇ ਕਰੋ, ਪਰ ਪੰਜਾਬ ਦਾ ਪਹਿਲਾਂ ਸੋਚੋ ਤੇ ਝੂਠ ਨਾ ਬੋਲੋ। ਤੇ ਇਹ ਨਾ ਕਰੋ ਕਿ ਕਿਸੇ ਨੂੰ ਅਗਰ ਪੈਨਸ਼ਨ ਲਾ ਦੀ 3 ਮਹੀਨੇ ਤੱਕ ਪੈਨਸ਼ਨ ਹੋਣ ਲੱਗੀ ਤੇ ਉਸ ਤੋਂ ਬਾਅਦ ਪੈਨਸ਼ਨ ਬੰਦ ਹੋ ਗਈ, ਕਾਗਜ਼ਾਂ ਦੇ ਵਿੱਚ ਪੈਨਸ਼ਨ ਚੱਲ ਰਹੀ ਹੈ। ਅਜਿਹੇ ਪ੍ਰੂਫ ਵੀ ਹੈ ਨੇ। ਇਸ ਕਰਕੇ ਜਿਹੜੀਆਂ ਸੰਸਥਾਵਾਂ ਹੈ ਨੇ ਉਹ ਸਮਝਦਾਰ ਨੇ, ਉਹ ਸਮਝ ਜਾਣਗੀਆਂ ਕੀ ਕਹਿ ਰਹੇ ਹਾਂ ਅਸੀਂ, ਕੀ ਸਮਝਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੇ ਤੁਸੀਂ ਆਪਣਾ ਡਾਕੂਮੈਂਟੇਸ਼ਨ ਜਿਹੜੀ ਹੈਗੀ ਉਹ ਕੰਪਲੀਟ ਕਰੋ ਤੇ ਇੱਕ ਵਾਰ ਕ੍ਰਾਸ ਚੈੱਕ ਜ਼ਰੂਰ ਕਰੋ ਵੀ ਕੀ ਤੁਹਾਡਾ ਚੰਗਾ ਹੈ ਤੇ ਕੀ ਤੁਹਾਡਾ ਮਾੜਾ ਹੈ, ਕਿਹੜੀਆਂ ਥਾਵਾਂ ਤੇ ਤੁਹਾਨੂੰ ਸੁਧਾਰ ਕਰਨਾ ਚਾਹੀਦਾ ਤੇ ਕਿਹੜੀਆਂ ਥਾਵਾਂ ਤੇ ਨਹੀਂ ਕਰਨਾ ਚਾਹੀਦਾ। ਤੇ ਜੇਕਰ ਸੰਸਥਾਵਾਂ ਦੇ ਮੁਖੀਆਂ ਨੂੰ ਹੀ ਨਹੀਂ ਪਤਾ ਵੀ ਥੱਲੇ ਕੁਝ ਘਪਲੇਬਾਜ਼ੀ ਚੱਲ ਰਹੀ ਹੈ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਕਿ ਇੱਕ ਵਾਰ ਡਾਕੂਮੈਂਟਸ ਆਪਣੇ ਜ਼ਰੂਰ ਫਰੋਲ ਕੇ ਦੇਖ ਲੈਣ। ਤੇ ਮੈਂ ਇਹੀ ਕਹਾਂਗਾ ਕਿ ਦਿਹਾੜੇ ਅਸੀਂ ਪਿਛਲੇ ਸਾਲ ਵੀ ਮਨਾਏ ਸੀ, ਬਸ ਇੱਕ ਦਿੱਲੀ ਦੇ ਮੋਰਚੇ ਦੇ ਉੱਤੇ ਦੀਵਾਲੀ ਨਹੀਂ ਸੀ ਮਨਾਈ, ਪਰ ਇਸ ਵਾਰ ਦੀਵਾਲੀ ਵੀ ਦਿੱਲੀ ਦੇ ਮੋਰਚੇ ਤੇ ਮਨਾਈ ਜਾ ਰਹੀ ਹੈ। ਪਰ ਕਿਸਾਨ ਜਥੇਬੰਦੀਆਂ ਦੇ ਜਿੰਨੇ ਆਗੂ ਹੈ ਨੇ ਉਹ ਲੱਗਦਾ ਹੈ ਕਿ ਜਿੱਦਾਂ ਵਿਕ ਗਏ ਨੇ, ਸਭ ਕੁਝ ਵੇਚ ਕੇ ਵਾਪਸ ਆ ਗਏ ਨੇ, ਕਿਉਂਕਿ ਜੋ ਕੁਝ ਤਿੱਕਰੀ ਬਾਰਡਰ ਦੇ ਉੱਤੇ ਹੋਇਆ, ਜਦੋਂ
ਬੈਰੀਕੇਡਸ ਚੱਕੇ ਗਏ, ਕੋਈ ਇੱਕ ਆਗੂ ਤੱਕ ਉੱਥੇ ਨਹੀਂ ਪਹੁੰਚਿਆ। ਰੁਲਦੂਰਾਮ ਪਹੁੰਚਿਆ ਤੇ ਪਿੱਛੇ ਯੂ ਟਰਨ ਮਾਰ ਕੇ ਚਲਾ ਗਿਆ। ਤੇ ਹੁਣ ਤਾਂ ਜਿਹੜੇ ਨੌਜਵਾਨ ਮੋਢੇ ਨਾਲ ਮੋਢਾ ਲਾ ਕੇ ਕਹਿੰਦੇ ਸੀ ਕਿਸਾਨ ਆਗੂਆਂ ਦੇ ਵੀ ਅਸੀਂ ਹਿੱਕ ਠੋਕ ਕੇ ਨਾਲ ਖੜੇ ਆ, ਉਹ ਵੀ ਕਹਿਣ ਲੱਗ ਪਏ ਆ ਕਿਸਾਨ ਆਗੂ ਵਿਕ ਗਏ ਲੱਗਦੇ ਨੇ। ਤੇ ਜੇਕਰ ਉਹ ਵਾਕਈ ਵਿਕ ਗਏ ਲੱਗਦੇ ਨੇ ਤਾਂ ਸਾਡਾ ਆਪਣਾ ਫਰਜ਼ ਬਣਦਾ ਹੈ, ਪੰਜਾਬ ਵਾਸੀਆਂ ਦਾ ਫਰਜ਼ ਬਣਦਾ, ਜਿਹੜੇ ਜਾਗਦੀਆਂ ਜ਼ਮੀਰਾਂ ਲੈ ਕੇ ਪਿਛਲੀ ਵਾਰ 26 ਜਨਵਰੀ ਨੂੰ ਕਹਿੰਦੇ ਸੀ ਨਾ ਕਿ ਦਿੱਲੀ ਦੀ ਹਿੱਕ ਤੇ ਇੰਨਾ ਭਾਰ ਕਰ ਦੇਣਾ ਵੀ ਸਾਹ ਨਹੀਂ ਆਣ ਦੇਣਾ। ਹੁਣ ਫਰਜ਼ ਬਣਦਾ ਕਿ ਅਸੀਂ ਦਿੱਲੀ ਦੀ ਹਿੱਕ ਤੇ ਵਾਪਸ ਪਹੁੰਚੀਏ, ਉੱਥੇ ਇੰਨੀ ਭੀੜ ਕਰ ਦਈਏ ਕਿ ਉੱਥੇ ਦਿੱਲੀ ਸਰਕਾਰ ਨੂੰ ਸੋਚਣਾ ਪੈ ਜਾਏ, ਵਿਕੇ ਹੋਏ ਆਗੂਆਂ ਨੂੰ ਸੋਚਣਾ ਪੈ ਜਾਏ ਹੁਣ ਕੀ ਕਰੀਏ। ਅਸੀਂ ਤਾਂ ਮੋਰਚਾ ਆਲਮੋਸਟ ਖਾਲੀ ਕਰਕੇ ਵਾਪਸ ਆ ਗਏ ਸੀ। ਅਜੇ ਤਾਂ ਸਰਕਾਰ ਤੇ ਛੱਡਤਾ ਸੀ, ਖਦੇੜ ਦੇਵੇ, ਭਜਾਂਦੀ ਭਜਾ ਦੇਵੇ, ਗੱਡੀ ਜਿਹਦਾ ਪਹਿਲਾਂ ਚੜਾਈ ਹੈ ਰਾਹ ਖੋਲਤੇ ਆ, ਹੋਰ ਗੱਡੀਆਂ ਚੜਾਉਂਦੀਆਂ ਚੜਾ ਦੇਵੇ, ਪਰ ਅਸੀਂ ਅਜਿਹਾ ਹੋਣ ਨਹੀਂ ਦੇਣਾ। ਅੱਜ ਵੀ ਇਹਨਾਂ ਦੇ ਵੀਰ ਉੱਥੋਂ ਬਾਹਰੋਂ ਪਹੁੰਚ ਰਹੇ ਨੇ, ਸਾਡੀ ਟੀਮ ਬਾਬਾ ਬਖਸ਼ੀਸ਼ ਸਿੰਘ ਜੀ ਉੱਥੇ ਪਹੁੰਚੇ ਹੋਏ ਨੇ, ਦੀਵਾਲੀ ਉੱਥੇ ਹੀ ਮਨਾ ਕੇ ਆਉਣਗੇ, ਸੰਗਤ ਦੇ ਨਾਲ ਰੂਬਰੂ ਹੋਣਗੇ, ਤੁਹਾਨੂੰ ਵੀ ਸੰਗਤ ਦੇ ਰੂਬਰੂ ਕਰਵਾਉਣਗੇ। ਪਰ ਮੈਂ ਇਹੀ ਕਹਾਂਗਾ ਕਿ ਤੁਸੀਂ ਆਪਣਾ ਫਰਜ਼ ਸਮਝੋ, ਇਹਨਾਂ ਵਿਕੇ ਹੋਏ ਸੰਤਰੀਆਂ ਮੰਤਰੀਆਂ ਆਗੂਆਂ ਦੇ ਪਿੱਛੇ ਨਾ ਲੱਗੋ, ਆਪਣੀਆਂ ਟਰਾਲੀਆਂ ਚੱਕੋ, ਪਹਿਲਾਂ ਵਾਂਗ ਜਾ ਕੇ ਉੱਥੇ ਭੀੜ ਕਰੋ। ਕਿਉਂਕਿ ਦਿੱਲੀ ਦੇ ਬਰੂਹਾਂ ਤੇ ਅਸੀਂ ਅਗਰ ਪੋਹ ਦੀਆਂ ਰਾਤਾਂ ਬਿਤਾਈਆਂ ਸੀ ਸ਼ਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਹੋਇਆ, ਮਾਤਾ ਗੁਜਰ ਕੌਰ ਨੂੰ ਯਾਦ ਕਰਦਿਆਂ ਹੋਇਆ, ਤੇ ਇਸ ਵਕਤ ਤੋਂ ਪੂਰਾ ਮਹੀਨਾ ਆਇਆ ਹੈ ਤੇ ਇਸ ਵਕਤ ਤੋਂ ਸਾਡਾ ਫਰਜ਼ ਬਣਦਾ ਹੈ ਕਿ ਦਿੱਲੀ ਦੇ ਬਰੂਹਾਂ ਤੇ ਉਦਾਂ ਹੀ ਭਾਰ ਕਰੀਏ। ਸੜਕਾਂ ਕਿਲੇ ਬਣਾ ਲਈਆਂ ਸੀ ਤੇ ਸੜਕਾਂ ਨੂੰ ਅਸੀਂ ਕਿਲੇ ਹੀ ਬਣਾ ਕੇ ਰੱਖਣੇ ਆ ਜਦੋਂ ਤੱਕ 3 ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਐਮਐਸਪੀ ਦੀ ਗਾਰੰਟੀ ਨਹੀਂ ਦਿੰਦੇ। ਤੇ ਜੋ ਸ਼ਰਤਾਂ ਅਸੀਂ ਹੁਣ ਮਨਾਵਾਂਗੇ ਉਹ ਸ਼ਰਤਾਂ ਕੇਂਦਰ ਸਰਕਾਰ ਮੰਨਦੀ ਨਹੀਂ, ਕਿਉਂਕਿ ਇਹਨਾਂ ਨੇ ਤਾਂ ਹੁਣ ਇਹ ਚੀਜ਼ਾਂ ਕਰਨੀਆਂ ਹੀ ਨਹੀਂ। ਕਿਸੇ ਵੀ ਤਰੀਕੇ ਨਾਲ ਸੰਗਤ ਆਪ ਮੁਹਾਰੇ ਭੱਜ ਜਾਵੇ ਜਾਂ ਕਿਸੇ ਸੰਤਰੀ ਮੰਤਰੀ ਦੇ ਪਿੱਛੇ ਰੱਖ ਕੇ ਸੰਗਤ ਦੇ ਅੱਖਾਂ 'ਚ ਘੱਟਾ ਪਾਇਆ ਜਾਏ, ਪਰ ਅਸੀਂ ਘੱਟਾ ਨਹੀਂ ਪੈਣ ਦੇਣਾ। ਤੇ ਮੈਂ ਕਿਸਾਨ ਆਗੂਆਂ ਨੂੰ ਇਹ ਕਹਿਣਾ 2 4 6 ਦਿਨ ਵੇਟ ਕਰਦੇ ਆ। ਜੇ ਤੁਸੀਂ ਜਾ ਕੇ ਮੰਚ ਦੁਆਰ ਤੋਂ ਸਾਂਭ ਲੈ ਖਾਨਾ ਪੂਰਤੀ, ਕਿਉਂਕਿ ਮੰਚ ਤਾਂ ਸਾਂਭੇ ਹੋਏ ਨੇ, ਬੁਲਾਰੇ ਬੋਲਦੇ ਨੇ, ਸੰਬੋਧਨ ਕਰਨ ਵਾਲੇ ਸੰਬੋਧਨ ਕਰ ਰਹੇ ਨੇ, ਪਰ ਆਗੂ ਕੋਈ ਨਹੀਂ ਦਿਖਾਈ ਦਿੰਦਾ। ਜੇ ਕੋਈ ਤੁਹਾਡੇ ਵਿੱਚੋਂ ਆਗੂ ਵੱਡਾ ਉੱਥੇ ਨਾ ਪਹੁੰਚਦਾ ਤੇ ਨਹੀਂ ਪਹੁੰਚਿਆ, ਤੇ ਉਸ ਤੋਂ ਬਾਅਦ ਅਗਰ ਕਿਸੇ ਨੇ ਵੀ, ਚਾਹੇ ਨਿਹੰਗ ਸਿੰਘ ਜਥੇਬੰਦੀਆਂ ਹੋਣ ਜਾਂ ਨੌਜਵਾਨ ਆਗੂ ਦੀਪ ਹੋਵੇ, ਲੱਖਾ ਹੋਵੇ, ਜਾਂ ਕੋਈ ਵੀ ਨੌਜਵਾਨ ਆਗੂ ਜਾ ਕੇ ਸਟੇਜ ਦੇ ਉੱਤੇ ਅਗਵਾਈ ਕਰਦਾ ਹੈ ਮੋਰਚੇ ਦੀ, ਤੇ ਉਸ ਤੋਂ ਬਾਅਦ ਅਗਰ ਤੁਹਾਨੂੰ ਭਾਜਣਾ ਪਈਆਂ, ਉਸ ਤੋਂ ਬਾਅਦ ਇਹ ਨਾ ਕਿਹੋ ਕਿ ਮੋਰਚੇ ਦੀ ਸਟੇਜ 25 ਜਨਵਰੀ ਵਾਂਗ ਨੌਜਵਾਨਾਂ ਨੇ ਕੈਪਚਰ ਕਰ ਲਈ, ਕਿਉਂਕਿ ਕੈਪਚਰ ਨਹੀਂ ਕੀਤੀ। ਇਸ ਵਾਰ ਲੋੜ ਹੈ, ਕਿਉਂਕਿ ਤੁਸੀਂ ਸਾਫ਼ ਦਿਖਦਾ ਹੈ ਮੋਰਚਾ ਵੇਚਣ, ਮੋਰਚਾ ਢਹਿ ਢੇਰੀ ਕਰਨ ਦੇ ਕਗਾਰ ਦੇ ਉੱਤੇ ਖੜੇ ਹੋ, ਤੁਲ ਗਏ ਹੋ। ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀ ਬਰਬਾਦੀ ਹੋਵੇ, ਹਰਿਆਣੇ ਦੀ ਬਰਬਾਦੀ ਹੋਵੇ, ਤੇ ਕੇਂਦਰ ਚਾਹੁੰਦੀ ਹੈ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਐਮਰਜੈਂਸੀ ਲੱਗੇ। ਅਸੀਂ ਉਹ ਮਾਹੌਲ ਨਹੀਂ ਬਣਨ ਦੇਣਾ। ਅਸੀਂ 84 ਵਾਰਾ ਕਤਲੇਆਮ ਮੁੜ ਨਹੀਂ ਹੋਣ ਦੇਣਾ, ਜਿਹਦੀ ਸ਼ੁਰੂਆਤ ਆਲਰੇਡੀ ਇਹ ਕਰ ਚੁੱਕੇ ਆ, ਕਿਤੇ ਨਿਹੰਗ ਸਿੰਘਾਂ ਉੱਤੇ ਇਲਜ਼ਾਮ ਲਾ ਕੇ, ਕਿਤੇ ਬੇਅਦਬੀਆਂ ਕਰਵਾ ਕੇ। ਜੇ ਕਿਸੇ ਨੂੰ ਝਟਕਾ ਦਿੱਤਾ ਜਾਂਦਾ ਹੈ ਤਾਂ ਫਿਰ ਉਸ ਦਾ ਵੱਡਾ ਇਸ਼ੂ ਬਣਾ ਕੇ। ਹੁਣ ਕਿਉਂ ਨਹੀਂ ਇਸ਼ੂ ਬਣਿਆ ਜਦ ਗ੍ਰੰਥੀ ਸਿੰਘ ਦੇ ਮੁੰਡੇ ਨੂੰ ਸਰੇਆਮ ਸੜਕ ਦੇ ਉੱਤੇ ਨੰਗਾ ਕਰਕੇ, ਨਿਰਵਸਤਰ ਕਰਕੇ ਜਾਨੋਂ ਮਾਰ ਦਿੱਤਾ ਗਿਆ, ਤੇ ਜਿਸ ਨੇ ਮਾਰਿਆ ਉਸ ਦੀਆਂ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਦੇਖ ਲਈਆਂ ਹੋਣਗੀਆਂ, ਵਾਇਰਲ ਹੋਈਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਹੁਣ ਕੈਪਟਨ ਅਮਰਿੰਦਰ ਸਿੰਘ ਕਿਹਦੀ ਗੋਦੀ 'ਚ ਬੈਠਿਆ ਆ? ਭਾਜਪਾ ਦੀ। ਸੋ ਬਹੁਤ ਸਾਫ਼ ਹੈ ਭਾਜਪਾ ਕੀ ਕਰ ਰਹੀ ਹੈ, ਪਰ ਡਿਸਾਈਡ ਹੁਣ ਸੰਗਤ ਜੀ ਤੁਸੀਂ ਕਰਨਾ ਹੈ ਕਿ ਦੀਵਾਲੀ ਤੁਸੀਂ ਕਿੱਥੇ ਮਨਾਉਣੀ ਹੈ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਹੋਰ ਬਾਪੂ ਕੁਝ ਕਹਿਣਾ ਚਾਹੁੰਦੇ? ਮਾਤਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸੰਗਤ ਨੂੰ? ਕੋਈ ਸੁਨੇਹਾ? ਬੋਲੋ। ਮੁਬਾਰਕਾਂ ਦੋ ਦੀਵਾਲੀ ਦੀਆਂ, ਬੰਦੀ ਛੋੜ ਦਿਹਾੜੇ ਦੀਆਂ। ਹਾਂ ਜੀ, ਵਧਾਈਆਂ ਜੀ ਦੀਵਾਲੀ ਦੀਆਂ ਜੀ। ਬੰਦੀ ਛੋੜ ਗੁਰਦੁਆਰੇ ਜੀ ਕੋਈ ਗੱਲ ਨਹੀਂ, ਠੀਕ ਹੈ ਜੀ। ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਅਜਿਹਾ ਪਰਿਵਾਰ ਕੋਈ ਤੇ ਵੀ ਲੋੜਵੰਦ ਤੁਹਾਨੂੰ ਮਿਲਦਾ ਤਾਂ ਜ਼ਰੂਰ ਉਹਨਾਂ ਨੂੰ ਸੇਵਾ ਪਹੁੰਚਾਇਆ ਕਰੋ, ਉਹਨਾਂ ਦਾ ਸਾਥ ਦਿਆ ਕਰੋ, ਕਿਉਂਕਿ ਇਹ ਇੱਕ ਪਰਿਵਾਰ ਦੀਆਂ ਅਜਿਹੇ ਬਹੁਤ ਸਾਰੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ। ਤੇ ਮੈਂ ਵੀ ਤਿਆਰ ਹੋ ਹੀ ਰਿਹਾ ਸੀ ਕਿ ਮੈਂ ਵੀ ਜਾਣਾ ਸੀ ਕਿਤੇ, ਤੇ ਉਸ ਤੋਂ ਪਹਿਲਾਂ ਹੀ ਇਹ ਪਰਿਵਾਰ ਘਰੇ ਆਪ ਪਹੁੰਚ ਗਏ ਨੇ। ਸੋ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੋ ਤੁਹਾਨੂੰ। ਤੇ ਜੋ ਗੱਲਾਂ ਮੈਂ ਕਹੀਆਂ ਨੇ, ਕਿਰਪਾ ਕਰਕੇ ਉਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ। ਜ਼ਮੀਰਾਂ ਨੂੰ ਹੱਥ ਮਾਰੋ, ਜਿਹੜੇ ਵਿਕ ਗਏ ਉਹ ਆਪਣੀ ਥੋੜੀ ਜਿਹੀ ਸ਼ਰਮ ਨੂੰ ਹੱਥ ਮਾਰੋ। ਮੋਰਚਾ ਅਸੀਂ ਜਿੱਤੇ ਬਿਨਾਂ ਉੱਥੋਂ ਵਾਪਸ ਨਹੀਂ ਆਣਾ, ਤੇ ਨਾ ਪੰਜਾਬ ਦੇ ਤੇ ਨਾ ਭਾਰਤ ਦੇ ਅਸੀਂ ਹਾਲਾਤ ਖਰਾਬ ਹੋਣ ਦੇਣੇ ਨੇ ਇਹਨਾਂ ਗੰਦੀਆਂ ਸਰਕਾਰਾਂ ਕੋਲ, ਜਿੰਨਾ ਮਰਜ਼ੀ ਜ਼ੋਰ ਲਾ ਲਓ।